बोरेवाला थाना सिटी के इलाका सैटेलाइट टाउन में 55 साला बूढ़ी खातून पर जालिम खावंद मोहम्मद रफीक वलद अब्दुल गनी सरकारी टीचर ने अपने भाई अरशद उर्फ अच्छू और बहू फायजा कौम आराई सैटेलाइट टाउन से मिलकर अपनी सरपरस्ती में अपनी बहू फायजा से तेजाब से मिला हुआ तेल फेंकवा कर बहू फायजा से माचिस की तीली से आग लगवा दी। नाजुक आज़ा समेत आधा जिस्म बुरी तरह झुलस गया। बूढ़ी खातून सरकारी अस्पताल सर्जिकल वार्ड में दाखिल, हालत तशवीशनाक। मुलजिम अरशद गिरफ्तार तो हो चुका लेकिन सरकारी टीचर मोहम्मद रफीक ताहाल गिरफ्तार न सका। मुलजिमा बहू फायजा इरफान रुपोश हो गई। बूढ़ी खातून का कहना था, तफ्तीश में अभी तक हमारा बयान रिकॉर्ड नहीं हुआ। खुद साख्ता ज़िम्नी भरकर पुलिस ऑफिसर जुबैर अनवर लोधी ने मुकदमा में नामजद मुलजिम सरकारी टीचर मोहम्मद रफीक से साजबाज है कर 336 भी नहीं। अब ज्वाइंट टेररिज्म टास्क फोर्स का कोई भी अहलकार तफ्तीश करने ताहाल ना आया। 55 साला बूढ़ी खातून ने मजीद मीडिया को बताया कि हमारे मुकदमे में 336 बी को खत्म करने की साजिश मुलजिमान करवा रहे हैं। लाजा मेरी ज्वाइंट टेररिज्म डिपार्टमेंट इंचार्ज से आला अफसरान और अदलिया से मुतालबा है, ऐसे जालिम इंसान को सख्त से सख्त देकर इंसाफ के तकाजे पूरे किए जाएं। मैं 55 साल की बूढ़ी औरत हूँ, इस उम्र में दर्द बर्दाश्त नहीं होता। आध जिस्म झुलस गया। जबकि दूसरी जानिब जुबैर लोधी का कहना है 336 बी के लिए पूरा जिस्म जलना जरूरी है। मुकदमे में नामजद सरकारी टीचर मोहम्मद रफीक ने मौक़िफ़ जानने के लिए 2 बार राब्ता किया गया, जिन्हों कॉल अटेंड न की। वजीर आला पंजाब चीफ जस्टिस हाई कोर्ट फौरी नोटिस ले। ਵੀ ਖਤਮ ਕਰਦਾ ਸੀਗਾ ਕਿ ਆਪਣੇ ਆਪ ਨੂੰ ਬਚਾ ਵੀ ਨਾ ਸਕੇ। ਸਾਰੀ ਗੱਲ ਤੇ ਹਮਰਾਸ ਕਰੇ ਬਾਹਰ ਕੱਲੀ ਇੱਥੇ ਸੀ ਸਾਡਾ ਤਾਂ ਕੋਈ ਹੈ ਹੀ ਨਹੀਂ। ਅੱਲਾ ਤਾਂ ਹੈ ਨਾ ਕੋਈ, ਕਦੇ ਅੱਲਾ ਤਾਂ ਜ਼ਿਆਦਾ ਹੋਗਾ। ਉਹਨੇ ਤਾਂ ਬਚਾ ਲਿਆ ਨਾ। ਮੋਬਾਈਲ ਮੇਰੇ ਕੋਲ ਖੋਹ ਲੈਂਦੇ ਆ। ਅੱਗੇ ਵੀ ਕੁੱਟਦੇ ਮਾਰਦੇ ਸੀ। ਕੌਣ? ਮੀਆਂ ਮੇਰੇ ਨਾਂ ਕੀ ਇਹਨਾਂ ਦਾ? ਰਫੀਕ ਸਾਹਿਬ ਇਹ ਸਰਕਾਰੀ ਟੀਚਰ ਨੇ? ਜੀ। ਕਿਹੜੇ ਸਕੂਲ 'ਚ? 463। ਅੱਛਾ, ਫਿਰ ਕੀ ਹੋਇਆ ਮਾਂ ਜੀ? ਮੈਂ ਲੇਟ ਗਈ ਬਸ। ਇਹਨਾਂ ਨੇ ਕੀ ਪਾਣੀ 'ਚ ਪਾ ਕੇ ਦਿੱਤਾ? ਆਂਦੀ ਫਰਿੱਜ 'ਚ ਮੈਂ ਖੁਦ ਬੋਤਲ ਲਈ ਹੈ। ਕੀ ਬੋਤਲ ਸੀ? ਅੱਛਾ, ਉਹਦੀ ਪੀ ਕੇ ਮੈਂ ਬਾਕੀ ਵੀ ਉੱਥੇ ਰੱਖਿਆ ਹੀ ਫਿਰ ਬੋਤਲ। ਠੀਕ ਥੋੜ੍ਹਾ ਹੈ। ਜਿਹਾ ਪੀਤਾ, ਬਾਕੀ ਮੈਂ ਰੱਖਿਆ। ਆ ਕੇ ਮੈਂ ਵਾਸ਼ਰੂਮ 'ਚ ਗਈ ਹਾਂ ਜਦੋਂ ਦੋ ਮਰਦ ਪਿੱਛਾ ਮੈਂ ਵੇਖਿਆ, ਅੱਗੋਂ ਨਹੀਂ ਮੈਨੂੰ ਸਮਝ ਲੱਗੀ ਵੀ ਕੌਣ ਸੀ ਉਹ। ਮੈਂ ਕਿਹਾ ਇਹਦੇ ਕੋਲ ਆਏ ਹੋਣੇ ਆ ਮੇਰੀ ਬਹੂ ਕੋ, ਇਹਨੇ ਦੇ ਰਿਸ਼ਤੇਦਾਰ ਕੋਲ। ਕਿੰਨੇ ਵਜੇ ਦੀ ਗੱਲ? 3 ਸਾਢੇ 3 ਦਾ ਰਾਤ ਦੇ? ਦਿਨ ਦਾ ਇੰਨਾ ਅੱਛਾ, ਕੁ ਦਿਨ time ਦੇ। ਸੀ। ਠੀਕ ਹੈ ਜੀ। ਆ ਕੇ ਮੈਂ ਜਦੋਂ ਲੇਟੀ ਹਾਂ, ਮੈਨੂੰ ਉਸ ਵਕਤ ਹੀ ਨੀਂਦ ਆ ਗਈ ਹੈ। ਸਮਝ ਨਹੀਂ ਲੱਗੀ, ਅੱਗੇ ਇੱਦਾਂ ਤਾਂ ਉੱਠੀ ਜਿਵੇਂ ਬਰੂਦ ਫਟ ਗਿਆ ਕੋਈ। ਉੱਠ ਕੇ ਭੱਜੀਆਂ, ਨੀਚੇ ਗਿਰ ਗਈਆਂ। ਬਾਥਰੂਮ 'ਚ ਗਈ, ਉੱਥੋਂ ਪਾਣੀ ਹੈ ਨਹੀਂ, ਇੱਧਰ ਨੂੰ ਭੱਜੀ, ਬੜਾ ਸ਼ੋਰ ਪਾਇਆ, ਮੈਨੂੰ ਬਚਾ ਲਓ। ਇਹ ਬਾਹਰ ਨਹੀਂ ਆਈ। ਇਹਨੂੰ ਮੈਂ ਜਾਂਦੀ ਨੂੰ ਦੇਖਿਆ, ਪਹਿਲਾਂ ਬਾਹਰ ਖੜੀ ਸੀ। ਜਦੋਂ ਮੈਂ ਬਹੁਤਾ ਸ਼ੋਰ ਪਾਇਆ ਤੇ ਪਾਣੀ ਥੋੜ੍ਹਾ ਟੱਪ 'ਚ ਬਾਹਰੋਂ ਸਰਕਾਰੀ ਪਾਣੀ ਆ ਰਿਹਾ ਸੀ। ਉਹ ਮੈਂ ਆਪਣੀ ਬਾਜ਼ੂ 'ਤੇ ਇੱਦਾਂ ਪਾਈ ਜਾਂਦੀ ਹਾਂ ਅਤੇ ਥੋੜ੍ਹੀ ਅੱਗ ਲਾਈ ਜਾਂਦੀ ਹਾਂ। ਉੱਠ ਕੇ ਫਿਰ ਮੈਂ ਗੇਟ ਦਾ ਦਰਵਾਜ਼ਾ ਖੋਲ੍ਹਿਆ। 2 ਮਰਦ ਜਾ ਰਹੇ ਸੀ ਮੋਟਰਸਾਈਕਲ 'ਤੇ। ਉਹਨਾਂ ਨੂੰ ਮੈਂ ਕਿਹਾ ਭਾਈ ਬਚਾਇਓ, ਮੈਂ ਸੜ ਗਈ, ਮੈਂ ਮਰ ਗਈ। ਉਹ ਪਹਿਲਾਂ ਅੱਗੇ ਚੱਲ ਗਏ, ਫਿਰ ਵਿਚਾਰੇ ਆ ਗਏ, ਫਿਰ ਮੈਂ ਬੇਹੋਸ਼ ਹੋ ਗਈ। ਥੋੜ੍ਹੀ ਬਹੁਤੀ ਫਿਰ ਮੈਨੂੰ ਪਛਾਣ ਸੀ। ਇੰਨੀ ਕੁ ਸਾਰੀ ਦੁਨੀਆ ਸਾਡੇ ਸੇਨ 'ਚ ਇਕੱਠੀ ਹੋ ਗਈ। ਇਹ ਨਹੀਂ ਆਈ, ਨਾ ਇਹਨੇ ਮੈਨੂੰ ਪਾਣੀ ਪਾਇਆ, ਨਾ ਇਹਨੇ ਮੈਨੂੰ ਉੱਦਾਂ ਉੱਪਰ ਪਾਇਆ, ਨਾ ਇਹਨੇ ਮੈਨੂੰ ਪੀਣ ਨੂੰ ਦਿੱਤਾ, ਨਾ ਇਹਨੇ ਮੋਟਰ ਚਲਾਈ। ਇੰਦੋਂ ਹੀ ਨਹੀਂ ਨਿਕਲੀ। ਜਦੋਂ ਦੁਨੀਆ ਇਕੱਠੀ ਹੋ ਗਈ ਫਿਰ ਬਾਹਰ ਆਈ। ਫਿਰ ਮੇਰੇ ਨਾਲ ਕੁੜਾ, ਮੈਂ ਉਹਨਾਂ ਦੇ ਘਰ ਦੌੜੀ। ਉਹਨਾਂ ਦਾ ਦਰਵਾਜ਼ਾ ਜਾ ਕੇ ਭੰਨਿਆ। ਮੈਨੂੰ ਤਾਂ ਤੂੰ ਕਰਦੀ ਕੁਛ ਨਹੀਂ, ਉੱਥੇ ਕੀ ਲੈਣ ਚੱਲੀ ਹੈ। ਉਹਨਾਂ ਦਾ ਦਰਵਾਜ਼ਾ ਖੜਕਾਇਆ, ਉਹਨਾਂ ਦੀ ਬੇਟੀ ਆਈ ਅਤੇ ਉਹਨੇ ਮੈਨੂੰ ਦੇਖਿਆ। ਉਹਨੇ ਫਿਰ ਆਵਾਜ਼ਾਂ ਦਿੱਤੀਆਂ। ਮੇਰਾ ਦਿਮਾਗ ਵਿਚਾਰਾ ਚਾਦਰ ਗਿੱਲੀ ਕਰਕੇ ਘਰੋਂ ਲੈ ਕੇ ਆਇਆ, ਲੈ ਕੇ ਗਿਆ। ਫਿਰ ਮੈਨੂੰ ਸਮਝ ਨਹੀਂ ਕੀ ਹੋਇਆ ਕੀ ਨਹੀਂ। ਫਿਰ ਬਸ ਮੈਂ ਅੱਛਾ, ਤੁਹਾਡੇ ਤੇ ਇਹਨਾਂ ਨੇ ਸਿੱਟਿਆ ਕੀ ਆ? ਬੇਹੋਸ਼ ਕਰਕੇ ਸਿੱਟਿਆ ਹੈ ਜਾਂ ਦਿਨ ਦਿਹਾੜੇ? ਕਿੰਨੇ ਸਿੱਟਿਆ ਤੇਲ ਜਾਂ ਕੀ? ਸਮੈਲ ਨਹੀਂ ਆਈ। ਠੀਕ ਹੈ। ਜਦੋਂ ਮੈਂ ਵਾਸ਼ਰੂਮ 'ਚ ਗਈ ਨਾ, ਮੋਬਾਈਲ ਅੰਦਰ ਛੁਪਾ ਕੇ ਬੇਟੀ ਵਾਲੇ, ਅੱਛਾ, ਵਾਸ਼ਰੂਮ 'ਚ ਮੈਂ ਗਈ ਹਾਂ, ਉਦੋਂ ਸਮੈਲ ਮੈਨੂੰ ਆਈ ਹੈ। ਮੈਂ ਕਿ ਵਾਸ਼ਰੂਮ ਕਿਸੇ ਨੇ ਇਸਤੇਮਾਲ ਕੀਤਾ, ਪਾਣੀ ਨਹੀਂ ਪਾਇਆ। ਲੇਕਿਨ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ। ਮੈਂ ਲੇਟ ਗਈ ਹਾਂ ਉੱਦਾਂ ਹੀ।
ਨੀਂਦ ਆ ਗਈ ਆ। ਉਦੋਂ ਇਹਨੇ ਕਿਤੇ ਫਤੀਲੀ ਸਿੱਟੀ ਆ ਅੱਗ ਤੇ ਇਦਾਂ ਤਾਂ ਉੱਠੀ ਜਿਵੇਂ ਪਿੱਛੇ ਪਿੱਛੇ ਅੱਗ ਅੱਗੇ ਅੱਗੇ ਮੈਂ ਵਾਕਾ ਤਾਂ ਨੂੰ ਉੱਠਿਆ। ਫਿਰ ਡਿੱਗਦੀ ਮੈਂ ਥੱਲੇ ਇੱਕ ਵਾਰੀ ਮੈਂ ਡਿੱਗ ਪਈ ਹਾਂ। ਦੂਸਰੀ ਦਫਾ ਮੈਂ ਉੱਠੀ ਹਾਂ, ਫਿਰ ਭੱਜ ਕੇ ਬਾਹਰ ਗਈ। ਫਿਰ ਆਪਣੇ ਤੇ ਪਾਣੀ ਪਾਇਆ, ਪਾਣੀ ਵੀ ਨਹੀਂ ਮਿਲਦਾ ਸੀ, ਪਾਣੀ ਵੀ ਹੈ ਨਹੀਂ ਸੀ। ਥੋੜਾ ਜਿਹਾ ਪਾਣੀ 2 ਡੱਬੇ ਮਿਲੇ ਜਿਹੜੇ ਉਹ ਮਾਰ ਦੇ ਉੱਪਰ ਪਾਇਆ। ਫਿਰ ਮੈਂ ਗੇਟ ਖੋਲ੍ਹਿਆ, ਫਿਰ ਮੈਂ ਸ਼ੋਰ ਬਹੁਤ ਪਾਇਆ। ਇੰਨਾ ਮੈਂ ਸ਼ੋਰ ਪਾਇਆ ਆਪਣੇ ਕਮਰੇ 'ਚੋਂ ਨਹੀਂ ਨਿਕਲੀ, ਬਾਅਦ 'ਚ ਨਿਕਲੀ ਹੈ ਜਦੋਂ। ਪਰਚੇ ਦੇ ਵਿੱਚ ਕਿੰਨਾ ਬੰਦਿਆਂ ਦਾ ਨਾਂ ਲਿਖਾਇਆ ਜੇ, ਬੀਬੀਆਂ ਦਾ, ਬੰਦਿਆਂ ਦਾ? ਇੱਕ ਤੇ ਮੇਰੀ ਬਹੂ ਆ, ਠੀਕ ਇੱਕ ਮੇਰਾ ਮੀਆਂ, ਠੀਕ ਹੈ, ਇੱਕ ਮੇਰਾ ਦੇਵਰ ਆ। ਠੀਕ ਹੈ। ਹੁਣ ਗ੍ਰਿਫਤਾਰ ਕੌਣ ਆ? ਦੇਵਰ ਆ ਮੇਰਾ, ਖਿਆਲ ਆ। ਮੈਂ ਤਾਂ ਇੱਥੇ ਬੈਠੀ ਹਾਂ। ਬਾਕੀ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ। ਹਾਂਜੀ। ਕੀ ਮੁਤਾਲਬਾ ਹੈ ਮੇਰਾ ਤੁਹਾਡਾ ਮੁਤਾਲਬਾ ਡੀਪੀਓ ਇਹ ਹੈ ਵਿਹਾੜੀ ਨਾਲ, ਆਰਪੀਓ ਮੁਲਤਾਨ ਨਾਲ? ਕਿਉਂਕਿ ਇਹ ਸਾਨਿਆ ਆਮ ਸਾਨਿਆ ਨਹੀਂ ਹੈ, ਇਹ ਜਾਨਲੇਵਾ ਸਾਨਿਆ। ਮੇਰਾ ਮੁਤਾਲਬਾ ਇਹ ਮੈਨੂੰ ਇਨਸਾਫ ਦਿੱਤਾ ਜਾਏ। ਮੇਰੀ ਕੋਈ ਗਲਤੀ ਨਹੀਂ, ਨਾ ਕੋਈ ਲੜਾਈ ਸੀ, ਨਾ ਕੁਛ ਵੀ ਨਹੀਂ ਸੀ। ਅੱਗੇ ਵੀ ਕੁੱਟਦੇ ਮਾਰਦੇ ਸੀ ਮੈਨੂੰ। ਆ ਦੇਖੋ ਨਾ, ਆ ਮੁੱਕਾ ਮਾਰਿਆ ਥੋੜ੍ਹੇ ਦਿਨ ਪਹਿਲਾਂ। ਨਾ ਮੈਨੂੰ ਖਰਚਾ ਦਿੰਦੇ ਸੀ, ਜੋ ਹੈਗਾ ਸੀ ਮੇਰੇ ਕੋਲ ਖੋਹ ਲਿਆ। 20-22 ਤੋਲੇ ਜ਼ੇਵਰ ਸੀ, ਮੇਰੇ ਮਾਂ ਪਿਓ ਨੇ ਮੈਨੂੰ ਪਾਇਆ। ਇਸੇ ਤੁਹਾਡੇ ਖਾਵਨ ਜਿਹੜੇ ਸਰਕਾਰੀ ਟੀਚਰ ਨੇ? ਹਾਂਜੀ, ਇਹਨਾਂ ਦੇ ਉਹ ਵੀ ਲੈ ਲਿਆ ਮੇਰੇ ਕੋਲ, ਜ਼ਮੀਨ ਲੈ ਲਈ। ਮੈਂ ਤੈਨੂੰ ਫੇਰ ਲੈ ਦੂੰ। ਹਾਂ, 10 ਰੁਪਈਏ ਵੀ ਮੈਨੂੰ ਮਹੀਨੇ ਬਾਅਦ ਨਹੀਂ ਕਦੀ ਦਿੱਤੇ। ਕਹਿੰਦੇ ਨਾ ਕਿਸੇ ਨੂੰ ਮਿਲਣ ਦਿੰਦਾ ਸੀ। ਜਦੋਂ ਕੰਮ ਵੀ ਘਰ ਦਾ ਸਾਰਾ ਕਰਨਾ ਤੇ ਰੋਟੀ ਪਾਣੀ ਖਾਣ ਲੱਗਿਆ ਮੈਨੂੰ ਕਹਿੰਦਾ ਨੌਕਰ ਰੱਖੀ ਸੀ, ਤੈਨੂੰ ਨੌਕਰ ਰੱਖਿਆ। ਮੈਨੂੰ ਇਨਸਾਫ ਦਿੱਤਾ ਜਾਵੇ। ਇਹ ਸਿੱਟਿਆ ਤੁਹਾਡੇ ਤੇ ਕੀ ਆ, ਤੇਲ ਕੇ ਤੇਜ਼ਾਬ? ਮਿੱਟੀ ਦਾ ਤੇਲ ਸੀ, ਕੱਪੜਿਆਂ 'ਚ ਸਮੈਲ ਆ ਰਹੀ ਹੈ। ਅੱਛਾ, ਉਹਦੇ 'ਚ ਕੋਈ ਤੇਜ਼ਾਬ ਦੀ ਮਿਲਾਵਟ ਹੋਏਗੀ ਫਿਰ, ਕਿਉਂਕਿ ਇੰਨਾ ਜਿਸਮ ਜਲ ਨਹੀਂ ਸਕਦਾ। ਪਤਾ ਨਹੀਂ, ਕੋਈ ਸਮਝ ਨਹੀਂ ਮੈਨੂੰ ਆਈ। ਮੈਂ ਤਾਂ ਬੋਲਦੀ ਵੀ ਨਹੀਂ ਸੀ, ਤਾਂ ਕੋਈ ਝਗੜਾ ਸੀ, ਕੁਛ ਵੀ ਨਹੀਂ ਸੀ। ਬੇਟੀ ਨੂੰ ਹਸਪਤਾਲੋਂ ਲੈ ਕੇ ਆਈ ਸੀ 1:30 ਵਜੇ। ਇਹ ਕਿੰਨੇ ਸੱਟਿਆ? ਇਹਨੂੰ ਮੈਂ ਇਕੱਲੀ ਨੂੰ ਖੜੀ ਦੇਖਿਆ ਵਾ ਪਹਿਲਾਂ। ਉਹ ਜੇ 2 ਮਰਦ ਪਹਿਲਾਂ ਲੰਘ ਕੇ ਗਏ, ਉਹਨੂੰ ਮੈਂ ਅੱਗੋਂ ਨਹੀਂ ਦੇਖਿਆ, ਉਹਦਾ ਪਿੱਛਾ ਦੇਖਿਆ ਵਾ। ਠੀਕ ਹੈ। ਅਸਮਾਨੀ ਕਲਰ ਦੇ ਇਹ ਤੁਹਾਡੀ ਬਹੂ ਵੀ ਸ਼ਾਮਲ ਸੀ ਵਿੱਚ ਹੀ? ਬਹੂ ਸੀ ਨਾ। ਸਿੱਟਿਆ ਕਿੰਨੇ ਸੀ ਪਹਿਲੇ? ਮੈਂ ਇਹਨਾਂ ਸਾਰਿਆਂ ਨੇ ਮਿਲ ਮੈਂ ਕੇ? ਤਾਂ ਵਾਸ਼ਰੂਮ ਸੀ, ਇਹਨਾਂ ਨੇ ਮਿਲ ਕੇ ਸਿੱਟਿਆ। ਹਾਂਜੀ, ਯਾਨੀ ਵਾਸ਼ਰੂਮ 'ਚ ਬੈਠਿਆਂ ਸਿੱਟਤਾ? ਹਾਂਜੀ, ਜਦੋਂ ਮੈਂ ਵਾਪਸ ਆ ਕੇ ਲੇਟ ਗਈ ਹਾਂ, ਫਿਰ ਤੀਲੀ ਸਿੱਟ ਦਿੱਤੀ ਬਹੂ ਨੇ। ਫਿਰ ਬਹੂ ਇਕੱਲੀ ਘਰ ਸੀ। ਜਿਹੜੇ ਹੁਣ ਮੁਲਜ਼ਮ ਗ੍ਰਿਫਤਾਰ ਨਹੀਂ, ਕੀ ਮੁਤਾਲਬਾ ਕਰਦੇ ਹੋ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ? ਬਹੂ ਹੋ ਗਈ ਜਾਂ ਕੋਈ ਹੋਰ ਲੋਕ ਨੇ? ਗ੍ਰਿਫਤਾਰ ਕੀਤਾ ਜਾਵੇ, ਮੈਨੂੰ ਇਨਸਾਫ ਮਿਲੇ।